गुड मॉर्निंग स्टूडेंट्स, प्यारे बच्चों। ਅੱਜ ਅਸੀਂ ਵਾਸਟੋ ਮੋਸ਼ਨ ਇੱਕ ਵਾਰ ਫਿਰ ਤੋਂ ਡਿਸਕਸ ਕਰਨ ਜਾ ਰਹੇ ਹਾਂ। ਅਸੀਂ ਆਪਣੇ ਲਾਸਟ ਲੈਕਚਰ ਦੇ ਵਿੱਚ ਅਸੀਂ ਪੜ੍ਹਿਆ ਸੀ ਉਹਦੇ ਵਿੱਚ ਕਿ ਵਾਸਟੋ ਮੋਸ਼ਨ ਦਾ ਮੇਨ ਫੰਕਸ਼ਨ ਕੀ ਹੈ, ਵਾਸਟੋ ਮੋਸ਼ਨ ਦੀ ਕਲਾਸੀਫਿਕੇਸ਼ਨਸ ਕੀ ਹੈ, ਅਸੀਂ ਵਾਸਟੋ ਮੋਸ਼ਨ ਦੇ ਵਿੱਚ ਡ੍ਰੌਪ ਇਨਸ ਕਿਉਂ ਯੂਜ਼ ਕਰਦੇ ਹਾਂ, ਡ੍ਰੌਪ ਇਨਸ ਦੀ ਟਾਈਪਸ ਕੀ ਹੈ ਤੇ ਫਰਦਰ ਕਲਾਸੀਫਿਕੇਸ਼ਨ ਦੇ ਵਿੱਚ ਅਸੀਂ ਮਕੈਨੀਕਲ ਵਾਸਟੋ ਮੋਸ਼ਨ ਆਪਣੇ ਲਾਸਟ ਲੈਕਚਰ ਦੇ ਵਿੱਚ ਡਿਸਕਸ ਕੀਤਾ ਸੀ। ਅਗਰ ਮੈਂ ਵਾਸਟੋ ਮੋਸ਼ਨ ਨੂੰ ਸਮਰਾਈਜ਼ ਕਰਾਂ ਤਾਂ ਮੈਂ ਇਹ ਵੀ ਕਹਾਂਗਾ ਕਿ ਜਿਹੜਾ ਵਾਸਟੋ ਮੋਸ਼ਨ ਸੀ ਉਸ ਦਾ ਮੇਨ ਪਰਪਸ ਸੀ ਮਸ਼ੀਨ ਤੇ ਕਿ ਇਨ ਕੇਸ ਅਗਰ ਵਾਰਪ ਦਾ ਧਾਗਾ ਟੁੱਟੇ ਤਾਂ ਉਹ ਮਸ਼ੀਨ ਨੂੰ ਸਟਾਪ ਕਰ ਦੇਵੇ ਤਾਂ ਕਿ ਫੈਬਰਿਕ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਿਫੈਕਟ ਨਾ ਆਵੇ। ਸੋ ਮਸ਼ੀਨ ਨੂੰ ਰੋਕਣ ਲਈ ਦੋ ਤਰ੍ਹਾਂ ਦੇ ਮੈਕੈਨਿਜ਼ਮ ਡਿਵੈਲਪ ਕੀਤੇ ਗਏ, ਇੱਕ ਤਾਂ ਮਕੈਨੀਕਲ ਬੇਸ, ਇੱਕ ਇਲੈਕਟ੍ਰੀਕਲ ਬੇਸ। ਆਪਣੇ ਲਾਸਟ ਵੀਡੀਓ ਦੇ ਵਿੱਚ ਅਸੀਂ ਮਕੈਨੀਕਲ ਵਾਸਟੋ ਮੋਸ਼ਨ ਬਾਰੇ ਪੜ੍ਹਿਆ ਸੀ, ਜਿਹਦੇ ਵਿੱਚ ਅਸੀਂ ਐਟ ਦੀ ਟਾਈਮ ਆਫ ਐਂਡ ਬ੍ਰੇਕੇਜ ਅਸੀਂ ਮਸ਼ੀਨ ਸਟਾਪ ਕਰਦੇ ਸੀ ਵਿਦ ਦੀ ਹੈਲਪ ਆਫ ਮਕੈਨੀਕਲ ਮੀਨਸ। ਨਾਓ ਟੁਡੇ ਅਸੀਂ ਡਿਸਕਸ ਕਰਾਂਗੇ ਵਾਸਟੋ ਮੋਸ਼ਨ ਜੋ ਕਿ ਇਲੈਕਟ੍ਰੀਕਲ ਬੇਸ ਕੰਮ ਕਰਦਾ ਹੈ, ਮੀਨਸ ਇਲੈਕਟ੍ਰੀਕਲ ਵਾਸਟੋ ਮੋਸ਼ਨ ਬਾਰੇ। ਇਸ ਦੇ ਵਿੱਚ ਅਸੀਂ ਸਟਨ ਉਹਦੀ ਇੰਟਰੋਡਕਸ਼ਨ ਥੋੜੀ ਪੜਾਂਗੇ ਕਿ ਇਲੈਕਟ੍ਰੀਕਲ ਵਾਸਟੋ ਮੋਸ਼ਨ ਕੀ ਹੈ, ਫਿਰ ਉਹਦੀ ਕੰਸਟਰਕਸ਼ਨ ਐਂਡ ਵਰਕਿੰਗ ਪ੍ਰਿੰਸੀਪਲ ਤੇ ਫਿਰ ਉਹਦੀ ਐਡਵਾਂਟੇजेस ਕੀ ਹੈ ਇਲੈਕਟ੍ਰੀਕਲ ਵਾਸਟੋ ਮੋਸ਼ਨ ਦੀ। ਫਸਟ ਆਫ ਆਲ ਇੰਟਰੋਡਕਸ਼ਨ ਆਫ ਦਾ ਇਲੈਕਟ੍ਰੀਕਲ ਵਾਸਟੋ ਮੋਸ਼ਨ। ਇਸ ਦੇ ਵਿੱਚ ਉਹ ਕਹਿ ਰਿਹਾ ਹੈ ਕਿ ਦਿਸ ਮੋਸ਼ਨ ਬੇਸਿਕਲੀ ਵਰਕਸ ਔਨ ਦੀ ਪ੍ਰਿੰਸੀਪਲ ਆਫ ਇਲੈਕਟ੍ਰੀਕਲ ਸਰਕਟ। ਇਹ ਜਿਹੜਾ ਇਲੈਕਟ੍ਰੀਕਲ ਵਾਸਟੋ ਮੋਸ਼ਨ ਹੈ ਇਹ ਔਨ ਦੀ ਪ੍ਰਿੰਸੀਪਲ ਆਫ ਇਲੈਕਟ੍ਰਿਕ ਸਰਕਟ ਦੇ ਬੇਸ ਤੇ ਕੰਮ ਕਰਦਾ ਹੈ। when there is a war break, ਅਗਰ ਇਲੈਕਟ੍ਰੀਕਲ ਵਾਸਟੋ ਮੋਸ਼ਨ ਅਸੀਂ ਮਸ਼ੀਨ ਦੇ ਉੱਤੇ ਫਿਟ ਕੀਤੇ ਦਾ ਹੈ, ਅਗਰ ਇਨ ਕੇਸ ਅਗਰ ਵਾਰਪ ਦਾ ਧਾਗਾ ਟੁੱਟਦਾ ਹੈ, the electrical circuit get activated, ਉਹ ਜਿਹੜਾ ਇਲੈਕਟ੍ਰੀਕਲ ਸਰਕਟ ਹੁੰਦਾ ਹੈ ਮਸ਼ੀਨ ਦੇ ਉੱਤੇ ਉਹ ਐਕਟੀਵੇਟ ਹੋ ਜਾਂਦਾ ਹੈ, ਜਾਂ ਉਹਨੂੰ ਕਹਿ ਸਕਦੇ ਹੋ ਉਹਦਾ ਸਰਕਟ ਕੰਪਲੀਟ ਹੋ ਜਾਂਦਾ ਹੈ ਐਂਡ ਲੂਮ ਸਟਾਪਸ ਇਮੀਡੀਏਟਲੀ। ਤੇ ਉਸ ਦੇ ਨਾਲ ਕੀ ਹੈ, ਸਾਡੀ ਜਿਹੜੀ ਲੂਮ ਹੈ ਉਹ ਉਸੇ ਵਕਤ ਇਮੀਡੀਏਟਲੀ ਉਸੇ ਐਂਡ ਬ੍ਰੇਕ ਤੇ ਸਟਾਪ ਹੋ ਜਾਂਦੀ ਹੈ ਤੇ ਸਾਡਾ ਫੈਬਰਿਕ ਦੇ ਵਿੱਚ ਜਿਹੜਾ ਡਿਊ ਟੂ ਬ੍ਰੇਕੇਜ ਆਫ ਵਾਰਪ ਅਗਰ ਕੋਈ ਡਿਫੈਕਟ ਕੱਪੜੇ 'ਚ ਆਉਣਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਨਹੀਂ ਆਉਣ ਦਿੰਦਾ। ਸੋ ਐਨੀ ਟਾਈਪ ਆਫ ਡਿਫੈਕਟ ਡਿਊ ਟੂ ਵਾਰ ਬ੍ਰੇਕੇਜ ਕੈਨ ਬੀ ਕੰਟਰੋਲ। ਸੋ ਇਹ ਜਿਹੜਾ ਇਲੈਕਟ੍ਰੀਕਲ ਵਾਸਟੋ ਮੋਸ਼ਨ ਹੈ, ਅਗਰ ਕਿਸੇ ਵਾਰ ਬ੍ਰੇਕੇਜ ਕਰਕੇ ਅਗਰ ਕੱਪੜੇ ਦੇ ਵਿੱਚ ਡਿਫੈਕਟ ਆਉਂਦਾ ਹੈ ਤਾਂ ਇਹ ਉਸ ਨੂੰ ਡਿਫੈਕਟ ਨੂੰ ਕੰਟਰੋਲ ਕਰ ਲੈਂਦਾ, ਉਸ ਨੂੰ ਕੱਪੜੇ ਦੇ ਵਿੱਚ ਨਹੀਂ ਆਉਣ ਦਿੰਦਾ। ਸੋ ਇਸ ਤਰ੍ਹਾਂ ਇਹ ਜਿਹੜਾ ਇਲੈਕਟ੍ਰੀਕਲ ਵਾਸਟੋ ਮੋਸ਼ਨ ਹੈ ਕੱਪੜੇ ਦੀ ਕੁਆਲਿਟੀ ਨੂੰ ਵੀ ਕੰਟਰੋਲ ਕਰਦਾ, ਕਿਉਂਕਿ ਇਸਨੇ ਵਾਰਪ ਦਾ ਡਿਫੈਕਟ ਆਉਣ ਨਹੀਂ ਦੇਣਾ। ਜੋ ਹੀ ਵਾਰਪ ਇਨ ਕੇਸ ਕਿਸੇ ਰੀਜ਼ਨ ਕਰਕੇ ਜਾਂ ਵਾਰਪ ਬੀਨ ਤੋਂ ਲੂਜ਼ ਹੋਏਗਾ ਜਾਂ ਟੁੱਟੇਗਾ ਤਾਂ ਐਟ ਵਾਂਸ ਉਸੇ ਪੁਆਇੰਟ ਤੇ ਇਹ ਮਸ਼ੀਨ ਨੂੰ ਸਟਾਪ ਕਰ ਦੇਗਾ ਤੇ ਕੱਪੜੇ ਵਿੱਚ ਡੈਮੇਜ ਨੂੰ ਜਾਂ ਡਿਫੈਕਟ ਨੂੰ ਕੰਟਰੋਲ ਕਰੇਗਾ। ਠੀਕ ਹੈ, ਇਹ ਸੀ ਇਹਦੀ ਇੰਟਰੋਡਕਸ਼ਨ। ਨੈਕਸਟ ਹੈ ਕੰਸਟਰਕਸ਼ਨ ਐਂਡ ਵਰਕਿੰਗ ਆਫ ਇਲੈਕਟ੍ਰੀਕਲ ਵਾਸਟੋ ਮੋਸ਼ਨ। ਕੰਸਟਰਕਸ਼ਨ ਐਂਡ ਵਰਕਿੰਗ ਆਫ ਇਲੈਕਟ੍ਰੀਕਲ ਵਾਸਟੋ ਮੋਸ਼ਨ ਦੇ ਵਿੱਚ ਪਹਿਲੇ ਫਸਟ ਆਫ ਆਲ ਅਸੀਂ ਇਹਦੇ ਥੋੜੇ ਪਾਰਟਸ ਦੇਖ ਰਹੇ ਨੇ ਇਲੈਕਟ੍ਰੀਕਲ ਵਾਸਟੋ ਮੋਸ਼ਨ ਦੇ। ਇਹ ਤੁਹਾਡੀ ਹੈ ਸਪ੍ਰਿੰਗ ਵਾਇਰ, ਠੀਕ ਹੈ। ਇਹ ਜਿਹੜੇ ਕ੍ਰਾਸ ਹੋਏ ਦੇ ਨੇ ਇਹ ਦੇਖੋ ਇਹ ਚੀਜ਼ਾਂ, ਦਿਸ ਇਜ਼ ਯੋਰ yarn, B is your ਲੀਜ਼ ਰੋਡ, ਇਹ ਤੁਹਾਡੀਆਂ ਲੀਜ਼ ਰੋਡ ਨੇ, this is ਲੀਜ਼ ਰੋਡ and this is ਲੀਜ਼ ਰੋਡ। B ਦੇ ਅੱਗੇ ਕੀ ਹੈ, C ਹੈ, C is your contact bar, ਇਸ ਲੀਜ਼ ਰੋਡ ਦੇ ਅੱਗੇ ਕੀ ਹੈ, C contact bar ਜੋ ਕਿ ਇਲੈਕਟ੍ਰੀਕਲੀ ਆਪਰੇਟਡ ਹੈ ਉਹ ਕੰਟੈਕਟ ਕੀਤੀ ਦੀ ਹੈ, ਕੰਟੈਕਟ ਬਾਰ, ਠੀਕ ਹੈ। D is your brass fitting, ਇਹ ਤੁਹਾਡੀ ਬ੍ਰਾਸ ਫਿਟਿੰਗ ਹੈ ਨੀਚੇ, ਠੀਕ ਹੈ। ਬ੍ਰਾਸ ਫਿਟਿੰਗ ਦੇ ਵਿੱਚ ਅਸੀਂ ਸਾਡਾ ਟੋਟਲ ਇਲੈਕਟ੍ਰੀਕਲ ਸਰਕਟ ਸਾਡਾ ਲੱਗੇਦਾ, ਠੀਕ ਹੈ। ਦੇਖੋ ਬ੍ਰਾਸ ਫਿਟਿੰਗ ਤੋਂ ਸਾਡੀ ਇਹ ਵਾਲੀ ਫਿੰਗਰ ਜਾ ਰਹੀ ਹੈ A is your detector ਔਰ ਸਪ੍ਰਿੰਗ ਵਾਇਰ ਜੋ ਕਿ ਲੀਜ਼ ਰੋਡ ਦੇ ਕਾਰਨ, this is your ਲੀਜ਼ ਰੋਡ, B is your ਲੀਜ਼ ਰੋਡ, ਲੀਜ਼ ਰੋਡ ਦੇ ਕਾਰਨ ਜਿਹੜੇ ਧਾਗੇ ਆਪਸ ਵਿੱਚ ਵਾਰਪ ਦੇ ਧਾਗੇ ਕ੍ਰਾਸ ਹੋ ਜਾਂਦੇ ਨੇ ਉਹਨਾਂ ਵਿੱਚ ਇਹ ਵਾਲੀ ਸਪ੍ਰਿੰਗ ਵਾਇਰ A ਪਈ ਦੀ ਹੈ। ਸੋ ਫਸਟ ਆਫ ਆਲ ਉਹ ਇਹਦੇ ਵਿੱਚ ਕੀ ਕਹਿ ਰਿਹਾ ਹੈ ਕਿ ਵਾਇਰ A are passed between the warp thread in the lease rod, ਇਹ ਜਿਹੜੀ ਸਪ੍ਰਿੰਗ ਵਾਇਰ A ਹੈ, A ਨੂੰ ਸਪ੍ਰਿੰਗ ਵਾਇਰ ਕਰਨੇ ਜਾਂ ਡਿਟੈਕਟਰ ਵੀ ਕਰਨੇ ਆ ਕਿਉਂਕਿ ਇਸਨੇ ਵਾਰ ਬ੍ਰੇਕੇਜ ਨੂੰ ਡਿਟੈਕਟ ਕਰਨਾ ਹੈ। ਇਹ ਜਿਹੜੀ ਸਪ੍ਰਿੰਗ ਵਾਇਰ ਹੈ ਜਦੋਂ ਲੀਜ਼ ਰੋਡ
ਲੀਜ਼ ਰੋਡ ਦੇ ਕਾਰਨ ਜਿਹੜੇ ਵਾਰ ਦੇ ਧਾਗੇ ਇਸ ਤਰ੍ਹਾਂ ਕ੍ਰਾਸ ਹੋ ਜਾਂਦੇ ਨੇ ਤੇ ਉਹਨਾਂ ਹਰ ਇੱਕ ਕ੍ਰਾਸਿੰਗ ਵਾਰ ਦੋ ਵਾਰ ਧਾਗਿਆਂ ਦੀ ਕ੍ਰਾਸਿੰਗ ਦੇ ਵਿੱਚ ਅਸੀਂ ਇਹ ਵਾਲੀ ਸਪ੍ਰਿੰਗ ਵਾਇਰ ਇਨਸਰਟ ਕਰ ਦਿੰਦੇ ਜਾਂ ਡਿਟੈਕਟਰ A ਇਜ਼ ਯੋਰ ਡਿਟੈਕਟਰ ਔਰ ਸਪ੍ਰਿੰਗ ਵਾਇਰ ਅਸੀਂ ਦੋ ਵਾਰ ਦੇ ਧਾਗਿਆਂ ਦੀ ਕ੍ਰਾਸਿੰਗ ਦੇ ਵਿੱਚ ਇੱਕ ਸਪ੍ਰਿੰਗ ਵਾਇਰ ਇਨਸਰਟ ਕਰ ਦਿੰਦੇ in such a way to prevent their touching one of the lease rod ਇਸ ਸਪ੍ਰਿੰਗ ਵਾਇਰ ਜਦੋਂ ਇਸ ਦੋ ਵਾਰ ਦੇ ਧਾਗਿਆਂ ਦੇ ਵਿੱਚ ਇਨਸਰਟ ਹੋ ਜਾਂਦੀ ਹੈ ਤੇ ਇਹ ਕਿ ਜਿਹੜੀ ਸਪ੍ਰਿੰਗ ਵਾਇਰ ਹੈ ਇਹ ਲੀਜ਼ ਰੋਡ ਦੇ ਨਾਲ ਕੰਟੈਕਟ ਨਹੀਂ ਕਰ ਸਕਦੀ ਠੀਕ ਹੈ ਜਦੋਂ ਵਾਰ ਦਾ ਧਾਗਾ ਨਾਰਮਲ ਟਾਈਟ ਪੋਜੀਸ਼ਨ ਦੇ ਵਿੱਚ ਹੈਗਾ ਤਾਂ ਅਸੀਂ ਹਰ ਇੱਕ ਦੋ ਵਾਰ ਧਾਗਿਆਂ ਦੀ ਕ੍ਰਾਸਿੰਗ ਦੇ ਵਿੱਚ ਇਹ ਸਪ੍ਰਿੰਗ ਵਾਇਰ ਇਨਸਰਟ ਕਰ ਦਿੰਦੇ ਹਾਂ ਠੀਕ ਹੈ ਸੋ ਇਹ ਵਾਰ ਦੇ ਧਾਗੇ ਜਿਹੜੇ ਕ੍ਰਾਸ ਹੋਏ ਹੁੰਦੇ ਨੇ ਉਹਨਾਂ ਵਿੱਚ ਅਸੀਂ ਸਪ੍ਰਿੰਗ ਵਾਇਰ ਇਨਸਰਟ ਕੀਤੀ ਦੀ ਹੈ ਇਹ ਸਪ੍ਰਿੰਗ ਵਾਇਰ ਡਿਊ ਟੂ ਟੈਂਸ਼ਨ ਆਫ ਦਾ ਵਾਰ ਥ੍ਰੈਡ ਔਰ ਡਿਊ ਟੂ ਕ੍ਰਾਸਿੰਗ ਆਫ ਦਾ ਵਾਰ ਥ੍ਰੈਡ ਇਹ ਇਸ ਲੀਜ਼ ਰੋਡ ਨੂੰ ਕੰਟੈਕਟ ਨਹੀਂ ਕਰ ਸਕਦੀ ਕਿਉਂਕਿ ਵਾਰ ਦਾ ਧਾਗਾ ਸਾਡਾ ਨਾਰਮਲੀ ਪਿੱਛੋਂ ਬੀਮ ਤੋਂ ਆ ਰਿਹਾ ਠੀਕ ਹੈ ਉਹ ਤੇ ਨਾਲੇ ਉਹ ਟੈਂਸ਼ਨ ਫਾਰਮ ਦੇ ਵਿੱਚ ਹੈ at war breakage spring wire or detector A will touch the contact bar C on the lease rod B ਇਹ ਸੈਕਿੰਡ ਫਿਗਰ ਦੇ ਵਿੱਚ ਦੇਖੋ ਇਹ ਪੋਜੀਸ਼ਨ ਹੈ ਜਦੋਂ ਵਾਰ ਦਾ ਧਾਗਾ ਬਿਲਕੁਲ ਟਾਈਟ ਹੈ ਠੀਕ ਹੈ ਤੇ ਨਾਰਮਲ ਪੋਜੀਸ਼ਨ ਦੇ ਵਿੱਚ ਹੈ ਵਾਰ ਦਾ ਧਾਗਾ ਇੱਥੇ ਟੁੱਟਾ ਨਹੀਂ ਹੈ ਬਟ ਸੈਕਿੰਡ ਫਿਗਰ ਦੇ ਵਿੱਚ ਇੱਥੇ ਹੁਣ ਵਾਰ ਦਾ ਧਾਗਾ ਸਾਡਾ ਕੀ ਹੈ ਟੁੱਟ ਗਿਆ ਪਹਿਲੇ ਸਪ੍ਰਿੰਗ ਵਾਇਰ ਇਸ ਪੋਜੀਸ਼ਨ ਤੇ ਹੀ ਜੋ ਹੀ ਵਾਰ ਦਾ ਧਾਗਾ ਟੁੱਟਾ ਤੇ ਇਹ ਸਪ੍ਰਿੰਗ ਵਾਇਰ ਅੱਗੇ ਨੂੰ ਮੂਵ ਕਰੇਗੀ ਮੂਵ ਆ ਕੇ ਉਹ C ਇਜ਼ ਯੋਰ ਕੰਟੈਕਟ ਬਾਰ C ਦੇ ਨਾਲ ਟੱਚ ਕਰ ਜਾਏਗੀ ਜੋ ਕਿ ਕਿਹਦੇ ਉੱਤੇ ਹੈਗੀ ਹੈ ਔਨ ਦਾ ਲੀਜ਼ ਰੋਡ ਇਸ ਲੀਜ਼ ਰੋਡ ਦੇ ਉੱਤੇ ਇਸ ਕੰਟੈਕਟ ਬਾਰ C ਲੱਗੀ ਰਹੀ ਹੈ ਐਟ ਦਾ ਟਾਈਮ ਆਫ ਐਂਡ ਬ੍ਰੇਕੇਜ ਪ੍ਰੀਵੀਅਸ ਪਿਕਚਰ ਦੇ ਵਿੱਚ ਪ੍ਰੀਵੀਅਸ ਡਾਇਗਰਾਮ ਦੇ ਵਿੱਚ ਜਿਹੜੀ ਸਾਡੀ ਸਪ੍ਰਿੰਗ ਵਾਇਰ ਸੀ ਉਹ ਬੈਕਵਰਡ ਪੋਜੀਸ਼ਨ ਤੇ ਹੀ ਡਿਊ ਟੂ ਟੈਂਸ਼ਨ ਆਫ ਦਾ ਵਾਰ ਥ੍ਰੈਡ ਠੀਕ ਹੈ ਵਾਰ ਦੇ ਧਾਗੇ ਦੀ ਟੈਂਸ਼ਨ ਕਰਕੇ ਠੀਕ ਹੈ ਇਹ ਸਪ੍ਰਿੰਗ ਵਾਇਰ ਐਟ ਬੈਕਵਰਡ ਪੋਜੀਸ਼ਨ ਤੇ ਹੀ ਬਟ ਜੋ ਹੀ ਸੈਕਿੰਡ ਫਿਗਰ ਦੇ ਵਿੱਚ ਸਾਡਾ ਵਾਰ ਦਾ ਧਾਗਾ ਟੁੱਟਦਾ ਹੈ ਤਾਂ ਇਹ ਵਾਰ ਦੇ ਧਾਗੇ ਲੂਜ਼ ਹੋ ਜਾਣਗੇ ਠੀਕ ਹੈ ਇਹ ਦੋ ਵਾਰ ਧਾਗੇ ਨੇ ਜਿਹੜੇ ਆਪਸ ਵਿੱਚ ਕ੍ਰਾਸ ਹੋਏ ਦੇ ਨੇ ਡਿਊ ਟੂ ਲੀਜ਼ ਰੋਡ ਤੇ ਅਗਰ ਕਿਸੇ ਰੀਜ਼ਨ ਕਰਕੇ ਅਗਰ ਕੋਈ ਵੀ ਦੋਨਾਂ ਦੇ ਵਿੱਚੋਂ ਇੱਕ ਵੀ ਵਾਰ ਦਾ ਧਾਗਾ ਟੁੱਟਦਾ ਤੇ ਇਹ ਸਪ੍ਰਿੰਗ ਵਾਇਰ ਫਾਰਵਰਡ ਮੂਵਮੈਂਟ ਲੈ ਲੇਗੀ ਫਾਰਵਰਡ ਮੂਵ ਕਰੇਗੀ ਇਸ ਪੋਜੀਸ਼ਨ ਵਾਂਗ ਇੱਧਰ ਤੇ ਇਹ ਜਿਹੜੀ ਸਪ੍ਰਿੰਗ ਵਾਇਰ ਹੈ ਇਹ ਕੰਟੈਕਟ ਬਾਰ ਦੇ ਨਾਲ ਆ ਕੇ ਟੱਚ ਕਰ ਜਾਏਗੀ ਤੇ ਇਹ ਜਿਹੜੀ ਕੰਟੈਕਟ ਬਾਰ ਹੈ ਇਹ ਲੀਜ਼ ਰੋਡ ਦੇ ਉੱਤੇ ਅਸੀਂ ਫਿੱਟ ਕੀਤੀ ਹੈ ਜੋ ਹੀ ਸਾਡੀ ਸਪ੍ਰਿੰਗ ਵਾਇਰ C ਇਜ਼ ਯੋਰ ਕੰਟੈਕਟ ਬਾਰ ਉਸ ਦੇ ਨਾਲ ਆ ਕੇ ਟੱਚ ਕਰੇਗੀ it will close the electrical circuit ਇਹ ਕੀ ਹੈ electrical circuit it will close the electrical circuit in brass fitting in the bar E ਇਸ ਦੇ ਨਾਲ ਕੀ ਹੈ ਜੋ ਹੀ ਸਾਡੀ ਜਿਹੜੀ ਹੈ ਸਪ੍ਰਿੰਗ ਵਾਇਰ ਹੈ ਜਾਂ ਡਿਟੈਕਟਰ ਹੈ ਇਹ ਕੰਟੈਕਟ ਬਾਰ ਦੇ ਨਾਲ ਆ ਕੇ ਟੱਚ ਕਰੇਗੀ ਤਾਂ ਬ੍ਰਾਸ ਫਿਟਿੰਗ ਦੇ ਅੰਦਰ ਜਿਹੜਾ ਇਲੈਕਟ੍ਰੀਕਲ ਸਰਕਟ ਹੈ ਉਹ ਕੰਪਲੀਟ ਹੋ ਜਾਏਗਾ which further give indication to small electromechanical motion which displaces the starting handle of the loom ਜਦੋਂ ਇਲੈਕਟ੍ਰੀਕਲ ਸਰਕਟ ਕੰਪਲੀਟ ਹੋ ਗਿਆ ਇੱਥੋਂ ਸਮਾਲ ਇੰਡੀਕੇਸ਼ਨ ਜਾਏਗੀ ਵਿਦ ਦੀ ਹੈਲਪ ਆਫ ਸਮਾਲ ਇਲੈਕਟ੍ਰੋਮੈਕੈਨੀਕਲ ਮੋਸ਼ਨ ਦੇ ਨਾਲ ਉਹ ਕੀ ਕਰੇਗਾ ਉਹ ਸਿਗਨਲ ਇੱਥੋਂ ਸੈਂਡ ਕਰੇਗਾ ਤੇ ਨਾਲ ਹੀ ਜਿਹੜਾ ਮਸ਼ੀਨ ਦਾ ਸਟਾਰਟਿੰਗ ਹੈਂਡਲ ਜੋ ਕਿ ਔਨ ਪੋਜੀਸ਼ਨ ਤੇ ਹੀ ਉਹਨੂੰ ਐਡਵਾਂਸ ਆਫ ਪੋਜੀਸ਼ਨ ਤੇ ਮੂਵ ਕਰ ਦੇਗਾ ਤੇ ਸਾਡੀ ਜਿਹੜੀ ਮਸ਼ੀਨ ਹੈ ਉਹ ਨਾਲ ਹੀ ਰੁਕ ਜਾਏਗੀ ਤੇ ਉਹ ਨਾਲ ਹੀ ਕੀ ਹੈ ਰੁਕ ਜਾਏਗੀ the current to operate the mechanism is derived from two dry cell or from small dynamo ਕਿਉਂਕਿ ਤੁਹਾਨੂੰ ਮੈਂ ਦੱਸਿਆ ਕਿ ਜਿਹੜਾ ਇਲੈਕਟ੍ਰੀਕਲ ਵਾਰ ਮੋਸ਼ਨ ਹੈ ਇਹ ਚ ਕੀ ਹੈ ਜਿਹੜੀ ਮਸ਼ੀਨ ਅਸੀਂ ਸਟਾਪ ਕਰਦੇ ਹਾਂ ਐਟ ਦਾ ਟਾਈਮ ਆਫ ਵਾਰ ਬ੍ਰੇਕੇਜ ਉਹ ਸਾਰਾ ਕੰਟਰੋਲ ਅਸੀਂ ਕਰਦੇ ਪਏ ਵਿਦ ਦੀ ਹੈਲਪ ਆਫ ਇਲੈਕਟ੍ਰੀਕਲ ਕਰੰਟ ਤੇ ਉਹ ਜਿਹੜਾ ਇਲੈਕਟ੍ਰੀਕਲ ਕਰੰਟ ਹੈ ਇਸ ਇਲੈਕਟ੍ਰੀਕਲ ਵਾਰ ਮੋਸ਼ਨ ਦੇ ਵਿੱਚ ਉਹ ਅਸੀਂ ਕਿੱਥੋਂ ਲੈਣੇ ਪਏ ਫਰੋਮ ਦਾ ਟੂ ਡਰਾਈ ਸੈਲ ਐਂਡ ਫਰੋਮ ਸਮਾਲ ਡਾਇਨਮੋ from which it is supplied to loom by suitably protected wire to prevent fire तो इस दो small two dry cell ਤੋਂ ਜਾਂ small dynamo ਜੋ ਵੀ ਅਸੀਂ ਉਸ ਮਸ਼ੀਨ ਤੇ ਫਿੱਟ ਕੀਤੇ ਦਾ ਹੈ ਉੱਥੋਂ ਕਰੰਟ ਅਸੀਂ ਸਪਲਾਈ ਕਰਦੇ ਹਾਂ with the help of wire to prevent fire ਤਾਂ ਕਿ ਮਸ਼ੀਨ ਤੇ ਕਿਸੇ ਤਰ੍ਹਾਂ ਦੀ ਅੱਗ ਨਾ ਲੱਗੇ ਜੋ ਵੀ ਕਰੰਟ ਪ੍ਰੋਡਿਊਸ ਹੁੰਦਾ ਉਹ ਅਸੀਂ with the help of wire ਇਸ ਇਲੈਕਟ੍ਰੀਕਲ ਸਟਾਪ ਮੋਸ਼ਨ ਤੇ ਪ੍ਰੋਵਾਈਡ ਕਰਦੇ ਹਾਂ ਤਾਂ ਕਿ ਕਿਸੇ ਤਰ੍ਹਾਂ ਦਾ ਮਸ਼ੀਨ ਤੇ ਕੋਈ ਫਾਇਰ ਆਊਟਬ੍ਰੇਕ ਨਾ ਹੋਵੇ ਠੀਕ ਹੈ ਸੋ ਇਹ ਇਹਦਾ ਕੰਸਟਰਕਸ਼ਨ ਐਂਡ ਵਰਕਿੰਗ ਪ੍ਰਿੰਸੀਪਲ ਸੀ ਅਗਰ ਇਸ ਮੈਂ ਟੋਟਲ ਸਮਰਾਈਜ਼ ਕਰਾਂ ਇਸ ਇਲੈਕਟ੍ਰੀਕਲ ਵਾਰ ਮੋਸ਼ਨ ਜਿਹੜਾ ਕੰਮ ਕਰਦਾ ਹੈ that is with the help of electric current ਦੇ ਨਾਲ ਕੰਮ ਕਰਦਾ ਹੈ ਠੀਕ ਹੈ ਇਸ ਇਲੈਕਟ੍ਰੀਕਲ ਵਾਰ ਮੋਸ਼ਨ ਦੇ ਵਿੱਚ ਕੀ ਹੈ ਫਿਗਰ 1 this is your figure 1 ਇਸ ਫਿਗਰ 1 ਦੇ ਵਿੱਚ ਕੀ ਹੈ ਇਹ ਫਿੰਗਰ ਹੈ
ਜਦੋਂ ਵਾਰ ਤੇ ਧਾਗੇ, ਦੋ ਵਾਰ ਦੇ ਧਾਗੇ ਕ੍ਰਾਸ ਹੁੰਦੇ ਹਨ ਇਸ ਤਰ੍ਹਾਂ ਵਿਦ ਦੀ ਹੈਲਪ ਆਫ ਲੀਜ਼ ਰੋਡ, ਤਾਂ ਉਹਨਾਂ ਦੋਨਾਂ ਵਾਰ ਦੇ ਵਿੱਚ ਅਸੀਂ ਕੀ ਹੈ ਇਹ ਫਿੰਗਰ ਇਨਸਰਟ ਕਰ ਦਨੇ। ਠੀਕ ਹੈ, ਇਨ ਅਗਰ ਸੈਕਿੰਡ ਫਿਗਰ ਦੇ ਵਿੱਚ ਦੇਖੋ ਇੱਥੇ ਕੀ ਹੈ, ਇਹ ਸ਼ੋ ਕਰ ਰਿਹਾ ਕਿ ਵਾਰ ਦਾ ਧਾਗਾ ਟੁੱਟ ਗਿਆ। ਦੋਨਾਂ ਦੇ ਵਿੱਚੋਂ ਕੋਈ ਵੀ ਅਗਰ ਵਾਰ ਦਾ ਧਾਗਾ ਟੁੱਟੇਗਾ ਤਾਂ ਇਹ ਵਾਲੀ ਫਿੰਗਰ ਫਾਰਵਰਡ ਮੂਵਮੈਂਟ ਮੂਵ ਕਰ ਜਾਏਗੀ ਤੇ ਸੀ ਕੰਟੈਕਟ ਬਾਰ ਦੇ ਨਾਲ ਆ ਕੇ ਟੱਚ ਕਰ ਦੇਗੀ। ਜੋ ਹੀ ਕੰਟੈਕਟ ਬਾਰ ਦੇ ਨਾਲ ਟੱਚ ਕਰੇਗੀ ਤਾਂ ਇਹ ਜਿਹੜਾ ਤੁਹਾਡਾ ਬ੍ਰਾਸ ਫਿਟਿੰਗ ਹੈ ਇਸ ਦੇ ਅੰਦਰ ਇਲੈਕਟ੍ਰੀਕਲ ਸਰਕਟ ਕੰਪਲੀਟ ਹੋ ਜਾਏਗਾ। ਜੋ ਹੀ ਫਿੰਗਰ ਕੰਟੈਕਟ ਬਾਰ ਦੇ ਨਾਲ ਆ ਕੇ ਟੱਚ ਕਰੇਗੀ ਉਸ ਦੇ ਨਾਲ ਕੀ ਹੈ ਸਾਡਾ ਇਲੈਕਟ੍ਰੀਕਲ ਸਰਕਟ ਕੰਪਲੀਟ ਹੋ ਜਾਏਗਾ ਤੇ ਨਾਲ ਹੀ ਮਸ਼ੀਨ ਤੋਂ ਇੰਡੀਕੇਸ਼ਨ ਜਾਏਗੀ ਟੂ ਦਾ ਸਟਾਰਟਿੰਗ ਹੈਂਡਲ ਆਫ ਦਾ ਲੂਮ ਕਿ ਉਹ ਮਸ਼ੀਨ ਨੂੰ ਸਟਾਪ ਕਰ ਦੇਵੇ। ਮਸ਼ੀਨ ਨਾਲ ਹੀ ਸਾਡੀ ਕੀ ਸਟਾਪ ਹੋ ਜਾਏਗੀ। ਤੇ ਤੁਹਾਨੂੰ ਮੈਂ ਦੱਸਿਆ ਕਿ ਇੱਥੋਂ ਕੀ ਹੈ, ਇਹ ਜਿਹੜੀ ਮਸ਼ੀਨ ਹੈ ਜਿਹੜੀ ਆਪਰੇਟ ਕਰਦੀ ਪਈ ਹੈ ਵਿਦ ਦੀ ਹੈਲਪ ਆਫ ਇਲੈਕਟ੍ਰਿਕ ਕਰੰਟ। ਤਾਂ ਇਹ ਜਿਹੜਾ ਇਲੈਕਟ੍ਰਿਕ ਕਰੰਟ ਇਸ ਇਲੈਕਟ੍ਰੀਕਲ ਵਾਰ ਸਟਾਪ ਮੋਸ਼ਨ ਨੂੰ ਅਸੀਂ ਕੰਟਰੋਲ ਕਰਨ ਲਈ ਅਸੀਂ ਯੂਜ਼ ਕਰਦੇ ਪਏ ਹਾਂ, ਉਹ ਸਾਨੂੰ ਮਿਲਦਾ ਪਿਆ ਫਰੋਮ ਦਾ ਟੂ ਡਰਾਈ ਸੈਲ ਐਂਡ ਫਰੋਮ ਸਮਾਲ ਡਾਇਨਾਮੋ। ਤੇ ਇਹ ਜਿਹੜਾ ਕਰੰਟ ਇਹਨਾਂ ਦੋਨਾਂ ਚੀਜ਼ਾਂ ਤੋਂ, ਡਰਾਈ ਸੈਲ ਤੋਂ ਜਾਂ ਸਮਾਲ ਡਾਇਨਾਮੋ ਜੋ ਵੀ ਅਸੀਂ ਯੂਜ਼ ਕਰ ਰਹੇ ਹਾਂ ਮਸ਼ੀਨ ਤੇ, ਉਹਨਾਂ ਤੋਂ ਜਿਹੜਾ ਇਲੈਕਟ੍ਰਿਕ ਕਰੰਟ ਪ੍ਰੋਡਿਊਸ ਹੁੰਦਾ ਉਹ ਅਸੀਂ ਵਿਦ ਦੀ ਹੈਲਪ ਆਫ ਵਾਇਰ ਇਸ ਇਲੈਕਟ੍ਰੀਕਲ ਸਟਾਪ ਮੋਸ਼ਨ ਨੂੰ ਪ੍ਰੋਵਾਈਡ ਕਰਦੇ ਪਏ ਇਨ ਆਰਡਰ ਟੂ ਪ੍ਰੀਵੈਂਟ ਫਾਇਰ। ਫਰਦਰ ਮੈਂ ਤੁਹਾਨੂੰ ਇਸ ਦੀ ਥੋੜੀ ਐਡਵਾਂਟੇजेस ਡਿਸਕਸ ਕਰਨਾ ਚਾਹਾਂਗਾ। ਐਡਵਾਂਟੇजेस ਆਫ ਦਾ ਇਲੈਕਟ੍ਰੀਕਲ ਵਾਰ ਸਟਾਪ ਮੋਸ਼ਨ ਕੀ, ਇਟ ਇਜ਼ ਕੁਇਕ ਐਂਡ ਐਫੀਸ਼ੀਐਂਟ ਐਕਸ਼ਨ। ਇਹ ਬੜਾ ਕੁਇਕ ਹੈ ਤੇ ਐਫੀਸ਼ੀਐਂਟ ਹੈ, ਮੀਨਸ ਜੋ ਹੀ ਜਿਸ ਪਿਕ ਤੇ ਅਗਰ ਮੰਨ ਲਓ ਸਾਡਾ ਵਾਰ ਦਾ ਧਾਗਾ ਟੁੱਟਿਆ ਤੇ ਇਹ ਕੀ ਮਸ਼ੀਨ ਨੂੰ ਐਟ ਵਾਂਸ ਸਟਾਪ ਕਰ ਦੇਗਾ। ਕੋਈ ਐਕਸਟਰਾ ਪਿਕ ਕੱਪੜੇ ਦੇ ਅੰਦਰ ਇਨਸਰਟ ਨਹੀਂ ਹੋਣ ਦੇਗਾ। ਜਿਸ ਤਰ੍ਹਾਂ ਅਸੀਂ ਲਾਸਟ ਮੈਕੈਨੀਕਲ ਵਾਰ ਸਟਾਪ ਮੋਸ਼ਨ ਦੇ ਵਿੱਚ ਕੀ ਸੀ, ਮੈਕੈਨੀਕਲ ਵਾਰ ਸਟਾਪ ਮੋਸ਼ਨ ਦੇ ਵਿੱਚ ਅਗਰ ਇਨ ਕੇਸ ਵਾਰ ਦਾ ਧਾਗਾ ਟੁੱਟਦਾ ਸੀ ਉਸ ਟੁੱਟਣ ਦੇ ਪੀਰੀਅਡ ਦੇ ਦੌਰਾਨ ਹੀ 2-3 ਪਿਕਸ ਐਕਸਟਰਾ ਫालतू ਕੱਪੜੇ ਦੇ ਵਿੱਚ ਪੈ ਜਾਂਦੀਆਂ ਸੀ। ਤਾਂ ਜਦੋਂ ਫਿਰ ਵੀਵਰ ਮਸ਼ੀਨ ਤੇ ਆਂਦਾ ਸੀ ਉਹ ਵਾਰ ਤੇ ਧਾਗੇ ਨੂੰ ਨੋਟਿੰਗ ਲਗਾ ਕੇ ਠੀਕ ਕਰਦਾ ਸੀ ਬੀਮ ਤੋਂ। ਠੀਕ ਹੈ, ਤੇ ਜਿਹੜੀਆਂ ਐਕਸਟਰਾ ਪਿਕਸ ਪਈਆਂ ਹੁੰਦੀਆਂ ਉਹ ਸ਼ੈਡ ਰਿਵਰਸ ਕਰਕੇ ਉਹ ਐਕਸਟਰਾ ਪਿਕ ਨੂੰ ਬਾਹਰ ਕੱਢ ਕੇ ਫਿਰ ਐਕਚੁਅਲ ਸ਼ੈਡ ਲਿਆਂਦਾ ਸੀ ਤੇ ਫਿਰ ਆਪਣੀ ਵੀਵਿੰਗ ਪ੍ਰੋਸੈਸ ਮਸ਼ੀਨ ਤੇ ਸ਼ੁਰੂ ਕਰਦਾ ਸੀ। ਬਟ ਇਸ ਕੇਸ ਦੇ ਵਿੱਚ ਕੀ ਹੈ, ਇਲੈਕਟ੍ਰੀਕਲ ਵਾਰ ਸਟਾਪ ਮੋਸ਼ਨ ਦੇ ਵਿੱਚ ਇਹ ਬੜਾ ਕੁਇਕ ਹੈ। ਜੋ ਹੀ ਅਗਰ ਮਸ਼ੀਨ ਤੇ ਵਾਰ ਦਾ ਧਾਗਾ ਟੁੱਟੇਗਾ, ਤੇ ਇਹ ਐਟ ਵਾਂਸ ਉਸੇ ਟਾਈਮ ਤੇ ਮਸ਼ੀਨ ਨੂੰ ਰੋਕ ਦੇਗਾ, ਕੋਈ ਐਕਸਟਰਾ ਪਿਕ ਕੱਪੜੇ ਦੇ ਅੰਦਰ ਇਨਸਰਟ ਨਹੀਂ ਹੋਣ ਦੇਵੇਗਾ। ਸੋ ਇਸ ਵਜ੍ਹਾ ਕਰਕੇ ਇਟ ਇਜ਼ ਕੁਇਕ ਐਂਡ ਐਫੀਸ਼ੀਐਂਟ ਐਕਸ਼ਨ ਸਾਨੂੰ ਪ੍ਰੋਵਾਈਡ ਕਰ ਰਿਹਾ। ਇਟ ਇਜ਼ ਸੁਟੇਬਲ ਫॉर ਫੈਬਰਿਕ ਹੈਵਿੰਗ ਲਾਰਜ ਨੰਬਰ ਆਫ ਐਂਡਸ ਪਰ ਇੰਚ ਐਂਡ ਯੂਜ਼ਿੰਗ ਫਾਈਨ yarn। ਇਹ ਜਿਹੜਾ ਇਲੈਕਟ੍ਰੀਕਲ ਵਾਰ ਸਟਾਪ ਮੋਸ਼ਨ ਹੈ ਇਹ ਅਸੀਂ ਉੱਥੇ ਮੋਸਟਲੀ ਯੂਜ਼ ਕਰਦੇ ਹਾਂ ਜਿੱਥੇ ਕੱਪੜੇ ਵਿੱਚ ਜ਼ਿਆਦਾ ਨੰਬਰ ਆਫ ਐਂਡਸ ਪਰ ਇੰਚ ਹੋਣ ਜਾਂ ਜਿੱਥੇ ਅਸੀਂ ਕੱਪੜਾ ਬਣਾ ਰਹੇ ਹਾਂ ਜਿਸ ਦਾ ਧਾਗਾ ਬੜਾ ਫਾਈਨ ਹੈ। ਠੀਕ ਹੈ, ਸੋ ਇਹ ਇਸ ਦੀ ਥੋੜੀ ਐਡਵਾਂਟੇजेस ਹੈ। ਸੋ ਅਗਰ ਅਸੀਂ ਦੋਨਾਂ ਮੈਕੈਨੀਕਲ ਵਾਰ ਸਟਾਪ ਮੋਸ਼ਨ ਜਾਂ ਇਲੈਕਟ੍ਰੀਕਲ ਵਾਰ ਸਟਾਪ ਮੋਸ਼ਨ ਨੂੰ ਅਸੀਂ ਕੰਪੇਅਰ ਕਰੀਏ ਤਾਂ ਜਿਹੜਾ ਇਲੈਕਟ੍ਰੀਕਲ ਵਾਰ ਸਟਾਪ ਮੋਸ਼ਨ ਹੈ ਉਹ ਕਾਫੀ ਐਫੀਸ਼ੀਐਂਟ ਹੈ, ਫਾਸਟ ਹੈ, ਕੁਇਕ ਹੈ ਤੇ ਅੱਜ ਕੱਲ ਮੇਨਲੀ ਜਿੰਨੀ ਵੀ ਹਾਈ ਟੈਕਨੋਲੋਜੀ ਲੂਮਸ ਅੱਜ ਦੀ ਡੇਟ 'ਚ ਮਾਰਕੀਟ 'ਚ ਆ ਰਹੀਆਂ ਉਹਨਾਂ ਸਾਰਿਆਂ ਤੇ ਇਲੈਕਟ੍ਰੀਕਲ ਵਾਰ ਸਟਾਪ ਮੋਸ਼ਨ ਯੂਜ਼ ਹੋ ਰਿਹਾ। ਜਿਸ ਤਰ੍ਹਾਂ 에ਅਰ ਜੈਟ ਹੋ ਗਿਆ, ਰੈਪਟਰ ਲੂਮ ਹੋ ਗਿਆ, ਅੱਜ ਕੱਲ ਮੇਨਲੀ ਇਲੈਕਟ੍ਰੀਕਲ ਵਾਰ ਸਟਾਪ ਮੋਸ਼ਨ ਹੀ ਕੰਮ ਕਰ ਰਿਹਾ ਕਿਉਂ ਬਿਕੋਜ਼ ਇਟ ਇਜ਼ ਵੈਰੀ ਕੁਇਕ ਐਂਡ ਐਫੀਸ਼ੀਐਂਟ। ਠੀਕ ਹੈ, ਇਸ ਰੀਜ਼ਨ ਕਰਕੇ ਇਲੈਕਟ੍ਰੀਕਲ ਵਾਰ ਸਟਾਪ ਮੋਸ਼ਨ ਅੱਜ ਦੀ ਡੇਟ 'ਚ ਮਾਰਕੀਟ 'ਚ ਬਹੁਤ ਜ਼ਿਆਦਾ ਯੂਜ਼ ਹੋ ਰਿਹਾ। ਜਿਹੜਾ ਮੈਕੈਨੀਕਲ ਵਾਰ ਸਟਾਪ ਮੋਸ਼ਨ ਸੀ ਉਹ ਜਿਹੜੀਆਂ ਇਨ ਦਾ 올ਡਰ ਟਾਈਮਸ ਤੇ ਜਿਹੜੀਆਂ ਪਾਵਰ ਲੂਮ ਆਈਆਂ ਸੀ ਉਹਨਾਂ ਵਿੱਚ ਮੇਨਲੀ ਇਹ ਯੂਜ਼ ਕੀਤਾ ਜਾਂਦਾ ਸੀ। ਬਟ ਅੱਜ ਦੀ ਡੇਟ ਵਿੱਚ ਇਸ ਨੂੰ ਰਿਪਲੇਸ ਕਰ ਦਿੱਤਾ ਗਿਆ ਵਿਦ ਦਾ ਇਲੈਕਟ੍ਰੀਕਲ ਕਰੰਟ। ਸੋ ਅੱਜ ਦੀ ਡੇਟ 'ਚ ਜਿੰਨਾ ਵੀ ਮਾਰਕੀਟ 'ਚ ਸਾਡੀ ਵੀਵਿੰਗ ਮਸ਼ੀਨਸ ਯੂਜ਼ ਹੋ ਰਹੀਆਂ ਉਹਨਾਂ ਸਾਰਿਆਂ ਵਿੱਚ ਇਲੈਕਟ੍ਰੀਕਲ ਵਾਰ ਸਟਾਪ ਮੋਸ਼ਨ ਹੀ ਯੂਜ਼ ਹੋ ਰਿਹਾ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੇ ਵੱਲੋਂ ਦਿੱਤਾ ਲੈਕਚਰ ਸਮਝ ਆ ਗਿਆ ਹੋਵੇਗਾ। ਅਗਰ ਇਨ ਕੇਸ ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੋਏਗੀ ਤਾਂ ਤੁਸੀਂ ਮੈਨੂੰ ਦੱਸ ਸਕਦੇ। ਥੈਂਕ ਯੂ।